हेलो स्टूडेंट्स, आओ अज लैसन द स्कूल फॉर सिंपथी जो कि E.V. लुकस ਵੱਲੋਂ ਲਿਖਿਆ ਗਿਆ ਹੈ ਬਾਰੇ ਪੜ੍ਹੀਏ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਤੁਹਾਡੀ ਟੈਕਸਟ ਬੁੱਕ ਵਿੱਚ ਦਿੱਤੀ ਗਈ ਇਹ ਕਹਾਣੀ ਦ ਸਕੂਲ ਫॉर ਸਿੰਪਥੀ ਕੇਰਲ ਦੇ ਸਕੂਲਸ ਵਿੱਚ 8th ਕਲਾਸ ਦੇ ਵਿਦਿਆਰਥੀ ਵੀ ਪੜ੍ਹਦੇ ਹਨ ਅਤੇ CBSE ਦੇ 6th ਕਲਾਸ ਦੇ ਵਿਦਿਆਰਥੀ ਇਹ ਕਹਾਣੀ ਏ ਡਿਫਰੈਂਟ ਕਾਈਂਡ ਆਫ ਸਕੂਲ ਨਾਮ ਦੇ ਟਾਈਟਲ ਹੇਠ ਪੜ੍ਹਦੇ ਹਨ। बड़ी डिफरेंट तरह के स्कूल की कहानी है। E.V. लुकस वालों लिखी गई यह कहानी एक स्कूल बारे है जो कि आम तरह के स्कूल तो अलग किस्म का है। अ स्कूल विद ए डिफरेंस। लैसन द स्कूल फॉर सिंपथी एडवर्ड वैरल लुकस वालों लिखा गया है। लुकस दे इस स्कूल बारे होए अनुभव बारे पूरे विस्तार नाल जानते हाँ। चलो शुरू करते हैं। I have heard a great deal about Miss Beam's school। मैं मिस बीम ਦੇ ਸਕੂਲ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਬਟ ਨੋਟ ਟਿਲ ਲਾਸਟ ਵੀਕ ਡਿਡ ਦ ਚਾਂਸ ਕੇਮ ਟੂ ਵਿਜ਼ਿਟ ਇਟ। ਪਰ ਉੱਥੇ ਜਾਣ ਦਾ ਮੌਕਾ ਪਿਛਲੇ ਹਫਤੇ ਹੀ ਮਿਲਿਆ। देयर was no one in sight but a girl of about 12। ਇੱਕ 12 ਸਾਲਾਂ ਦੀ ਲੜਕੀ ਤੋਂ ਇਲਾਵਾ ਕੋਈ ਨਹੀਂ ਸੀ ਦਿਖਾਈ ਦਿੰਦਾ। with her eyes covered with a bandage। ਉਸ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ। who was being led carefully between the flower beds by a little boy of some 4 years her junior। ਜਿਸਨੂੰ ਕਿ ਇੱਕ ਉਸ ਤੋਂ ਤਕਰੀਬਨ 4 ਸਾਲ ਛੋਟਾ ਬੱਚਾ ਫੁੱਲਾਂ ਦੀਆਂ ਕਿਆਰੀਆਂ ਵਿੱਚੋਂ ਬੜੀ ਸਾਵਧਾਨੀ ਪੂਰਵਕ ਲੈ ਕੇ ਜਾ ਰਿਹਾ ਸੀ। ਫਲਾਵਰ ਬੈਡਸ ਫੁੱਲਾਂ ਦੀਆਂ ਕਿਆਰੀਆਂ। she stopped and evidently asked who it was that had come in। ਉਹ ਰੁਕੀ, ਸਾਫ਼ ਸੀ ਕਿ ਉਹ ਪੁੱਛ ਰਹੀ ਹੈ ਕਿ ਹੁਣੇ ਕੌਣ ਆਇਆ ਹੈ। and he seemed to be describing me to her। ਤੇ ਇੰਜ ਲੱਗਾ ਜਿਵੇਂ ਕਿ ਉਹ ਲੜਕਾ ਮੇਰੇ ਬਾਰੇ ਉਸ ਨੂੰ ਦੱਸਣ ਲੱਗ ਗਿਆ। then they passed on। ਫਿਰ ਉਹ ਉੱਥੋਂ ਅਗਾਂਹ ਚਲੇ ਗਏ। ਮਿਸ ਬੀਮ was all that I had expected। middle-aged, authoritative, kindly and understanding। ਸਟੂਡੈਂਟਸ, ਮਿਸ ਬੀਮ ਇਸ ਸਕੂਲ ਦੀ ਪ੍ਰਿੰਸੀਪਲ ਹੈ। ਹੁਣ ਲੇਖਕ ਲੁਕਸ ਉਹਨਾਂ ਦੇ ਕੋਲ ਪਹੁੰਚ ਗਏ ਹੈ ਅਤੇ ਉਹਨਾਂ ਨੂੰ ਦੇਖਣ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਮਿਸ ਬੀਮ ਜਿਵੇਂ ਦਾ ਮੈਂ ਉਮੀਦ ਕੀਤੀ ਸੀ, ਮਿਡਲ ਏਜਡ, ਅਥੋਰੀਟੇਟਿਵ, ਕਾਈਂਡਲੀ ਐਂਡ ਅੰਡਰਸਟੈਂਡਿੰਗ। ਅਧੇੜ ਉਮਰ ਹੁੰਦੀ ਹੈ ਜਿਹੜੀ ਕਿ ਜਵਾਨੀ ਅਤੇ ਬੁਢਾਪੇ ਦੇ ਵਿਚਕਾਰ ਦਾ ਸਮਾਂ ਤੁਸੀਂ ਕਹਿ ਸਕਦੇ ਹੋ ਬੱਚੋ। ਅਥੋਰੀਟੇਟਿਵ ਉਸ ਤਰ੍ਹਾਂ ਦਾ ਇਨਸਾਨ ਜਿਹੜਾ ਕਿ ਅਧਿਕਾਰਕ ਹੋਵੇ, ਜ਼ਰੂਰਤ ਰੱਖਦਾ ਹੋਵੇ। ਕਾਈਂਡਲੀ ਐਂਡ ਅੰਡਰਸਟੈਂਡਿੰਗ, ਬੜੀ ਕਾਈਂਡਲੀ ਅਤੇ ਅੰਡਰਸਟੈਂਡਿੰਗ ਵਾਲੀ, ਸਮਝਦਾਰ ਭਰਪੂਰ ਲੱਗ ਰਹੀ ਸੀ। ਹਰ ਹੇਅਰ ਵਾਜ਼ ਬਿਗਨਿੰਗ ਟੂ ਟਰਨ ਗ੍ਰੇ ਐਂਡ ਹਰ ਫਿਗਰ had a fullness likely to be comforting to a homesick child। ਉਸਦੇ ਬਾਲ ਸਫੈਦ ਹੋਣੇ ਸ਼ੁਰੂ ਹੋ ਗਏ ਸੀ ਅਤੇ ਉਹ ਇਸ ਤਰ੍ਹਾਂ ਦੀ ਸੀ ਕਿ ਹੋਮਸਿਕ ਚਾਈਲਡ ਉਸਦੇ ਕੋਲ ਜਾ ਕੇ ਆਰਾਮ ਮਹਿਸੂਸ ਕਰੇ। ਹੋਮਸਿਕ ਮਤਲਬ ਜਿਸ ਨੂੰ ਘਰ ਦੀ ਯਾਦ ਆਉਂਦੀ ਹੋਵੇ, ਉਸ ਨੂੰ ਇੱਦਾਂ ਦੇ ਬੱਚੇ ਨੂੰ ਅਸੀਂ ਹੋਮਸਿਕ ਚਾਈਲਡ ਕਹਿ ਦਿੰਦੇ ਹਾਂ, ਘਰ ਦੀ ਯਾਦ ਆਉਂਦੀ ਹੋਵੇ। ਤਾਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੀ ਉਸਦੇ ਕੋਲ ਆ ਕੇ ਆਰਾਮ ਮਿਲੇ। ਦਿਖਣ ਵਿੱਚ ਇੱਦਾਂ ਦੀ ਲੱਗਦੀ ਸੀ। ਵੀ ਟਾਕਡ ਆਈਡਲੀ ਫॉर ਏ ਲਿਟਲ ਵਾਈਲ। ਥੋੜ੍ਹੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਐਂਡ ਦੈਨ ਆਈ ਆਸਕਡ ਹਰ ਸਮ ਕੁਐਸਚਨਸ ਐਜ਼ ਟੂ ਹਰ ਸਕੋਲਿਸਟਿਕ ਮੈਥਡਸ। ਫਿਰ ਮੈਂ ਉਸ ਨੂੰ ਕੁਝ ਸਵਾਲ ਕੀਤੇ ਉਸਦੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਆ। ਵਿਚ ਆਈ ਹੈਡ ਹਰਡ ਵਰ ਸਿੰਪਲ। ਜਿਹੜੇ ਕਿ ਮੈਂ ਸੁਣੇ ਹੋਏ ਸੀ ਕਿ ਕਾਫੀ ਸਿੰਪਲ। no more than is needful to get application into them। ਮਿਸ ਬੀਮ ਨੇ ਦੱਸਿਆ ਕਿ ਜਿੰਨਾ ਜ਼ਰੂਰੀ ਹੁੰਦਾ ਉਸ ਤੋਂ ਵੱਧ ਨਹੀਂ ਕਰਵਾਇਆ ਜਾਂਦਾ। and those only of the simplest spelling, adding, subtracting, multiplying, writing। ਤੇ ਬਸ ਆਮ ਸਿੰਪਲ ਸਧਾਰਨ ਜੇ ਸਪੈਲਿੰਗ, ਜਮ੍ਹਾਂ, ਘਟਾਓ, ਗੁਣਾ, ਲਿਖਣਾ। the rest is done by reading to them। ਤੇ ਬਾਕੀ ਦਾ ਕੰਮ ਉਹਨਾਂ ਲਈ ਪੜ੍ਹ ਕੇ ਕੀਤਾ ਜਾਂਦਾ ਹੈ। ਐਂਡ ਬਾਏ ਇਲਸਟ੍ਰੇਟਡ ਡਿਸਕੋਰਸਿਸ ਤੋਂ ਭਾਵ ਹੈ ਵਿਸਥਾਰਪੂਰਵਕ ਲੈਕਚਰ ਦੇ ਕੇ। ਡਿਊਰਿੰਗ ਵਿਚ ਦੇ ਹੈਵ ਟੂ ਸਿਟ ਸਟਿਲ ਐਂਡ ਕੀਪ ਦੇਅਰ ਹੈਂਡਸ ਕੁਆਇਟ। ਇਸ ਸਮੇਂ ਦੌਰਾਨ ਇਹਨਾਂ ਨੂੰ ਬਿਲਕੁਲ ਸ਼ਾਂਤ ਹੋ ਕੇ ਬੈਠਣਾ ਹੁੰਦਾ ਅਤੇ ਆਪਣੇ ਹੱਥਾਂ ਨੂੰ ਵੀ ਨਹੀਂ ਹਿਲਾਉਂਦੇ। ਪ੍ਰੈਕਟੀਕਲੀ ਦੇਅਰ ਆਰ ਨੋ ਅਦਰ ਲੈਸਨਸ ਐਟ ਆਲ। ਇਸ ਤੋਂ ਇਲਾਵਾ ਹੋਰ ਕੋਈ ਕਿਸੇ ਕਿਸਮ ਦੇ ਲੈਸਨਸ ਨਹੀਂ ਹੁੰਦੇ। I have heard so much about the originality of your system। ਮੈਂ ਕਿਹਾ ਤੁਹਾਡੇ ਸਿਸਟਮ ਦੀ ਓਰੀਜਨੈਲਿਟੀ ਬਾਰੇ ਮੈਂ ਬਹੁਤ ਕੁਝ ਸੁਣ ਰੱਖਿਆ ਹੈ। ਮਿਸ ਬੀਮ ਸਮਾਈਲਡ। ਮਿਸ ਬੀਮ ਮੁਸਕਰਾਈ। ਓ ਯੈਸ ਆਈ ਐਮ ਕਮਿੰਗ ਟੂ ਦੈਟ। ਉਹ ਕਹਿੰਦੀ ਹਾਂ ਮੈਂ ਇਹੀ ਗੱਲ ਕਰਨ ਵਾਲੀ ਸੀ। The real aim of this school
is not so much to instill thought as thoughtfulness, humanity, citizenship. ਸਕੂਲ ਦਾ ਅਸਲੀ ਮੰਤਵ ਹੈ ਬੱਚਿਆਂ ਦੇ ਵਿੱਚ ਸੋਚ ਵਿਚਾਰ, ਮਨੁੱਖਤਾ, ਨਾਗਰਿਕਤਾ ਦੀ ਭਾਵਨਾ ਪੈਦਾ ਕਰਨਾ। This is the idea I have always had. ਹਮੇਸ਼ਾ ਹੀ ਮੇਰੇ ਦਿਮਾਗ ਵਿੱਚ ਇਹੀ ਆਈਡੀਆ ਹੁੰਦਾ ਸੀ। And happily there are parents good enough to trust me to try and put it into execution. ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਆਈਡੀਆ ਨੂੰ ਟਰਾਈ ਕਰਾਂ, ਇਸ ਦੇ ਲਈ ਪੇਰੈਂਟਸ ਮੇਰੇ 'ਤੇ ਯਕੀਨ ਕਰਦੇ ਨੇ ਐਂਡ ਪੁੱਟ ਇਟ ਇਨਟੂ ਐਗਜ਼ੀਕਿਊਸ਼ਨ, ਅਤੇ ਮੈਂ ਇਸ ਨੂੰ ਵਾਕਈ ਅਮਲ ਵਿੱਚ ਲਿਆ ਪਾਈ। ਲੁੱਕ ਆਊਟ ਆਫ ਦ ਵਿੰਡੋ ਅ ਮਿਨਟ ਵਿਲ ਯੂ, ਕਿਆ ਤੁਸੀਂ ਖਿੜਕੀ 'ਚੋਂ ਇੱਕ ਮਿੰਟ ਬਾਹਰ ਦੇਖੋਗੇ? I went to the window which commanded a large garden and playground at the back. ਮੈਂ ਇੱਕ ਖਿੜਕੀ ਕੋਲ ਗਿਆ ਜਿੱਥੋਂ ਇੱਕ ਬਹੁਤ ਵੱਡਾ ਸਾਰਾ ਬਾਗ ਤੇ ਖੇਡ ਦਾ ਮੈਦਾਨ ਦਿਖਾਈ ਦੇ ਰਿਹਾ ਸੀ। What do you see? Miss Beam asked. Miss Beam ਨੇ ਪੁੱਛਿਆ, ਤੁਹਾਨੂੰ ਕੀ ਦਿਖਾਈ ਦੇ ਰਿਹਾ? I see some very beautiful grounds. ਮੈਨੂੰ ਕੁਝ ਬਹੁਤ ਖੂਬਸੂਰਤ ਮੈਦਾਨ ਦਿਖ ਰਹੇ ਨੇ। And a lot of jolly children. ਬਹੁਤ ਸਾਰੇ ਖੁਸ਼ ਬੱਚੇ। But what perplexes me and pains me too is to notice that they are not all as healthy and active as I should wish. ਪਰ ਇੱਕ ਚੀਜ਼ ਜਿਹੜੀ ਮੈਨੂੰ ਪਰੇਸ਼ਾਨ ਕਰ ਰਹੀ ਹੈ, ਤਕਲੀਫ ਦੇ ਰਹੀ ਹੈ, ਉਹ ਇਹ ਜਿੰਨੇ ਸਿਹਤਮੰਦ ਤੇ ਚੁਸਤ ਮੈਂ ਚਾਹੁੰਦਾ ਉਹਨੇ ਇਹ ਦਿਖਾਈ ਨਹੀਂ ਦੇ ਰਹੇ। As I came in, I saw one poor little thing being led about owing to some trouble with her eyes. ਜਦ ਮੈਂ ਆਇਆ ਹੀ ਸੀ ਉਦੋਂ ਵੀ ਮੈਂ ਦੇਖਿਆ ਸੀ ਕਿ ਇੱਕ ਵਿਚਾਰੀ ਜਿਸ ਦੀਆਂ ਅੱਖਾਂ ਵਿੱਚ ਕੋਈ ਤਕਲੀਫ ਸੀ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ। ਐਂਡ ਨਾਓ ਆਈ ਕੈਨ ਸੀ 2 more in the same plight. ਅਤੇ ਹੁਣ ਮੈਨੂੰ 2 ਹੋਰ ਉਸੇ ਹੀ ਤਕਲੀਫ 'ਚ ਦਿਖਾਈ ਦੇ ਰਹੇ ਨੇ। while there is a girl with a crutch just under the window watching the others at play. ਜਦੋਂ ਕਿ ਇੱਕ ਫੌੜੀਆਂ ਵਾਲੀ ਲੜਕੀ ਬਿਲਕੁਲ ਖਿੜਕੀ ਦੇ ਹੇਠਾਂ ਬੈਠੀ ਦੂਸਰੇ ਬੱਚਿਆਂ ਨੂੰ ਖੇਡਦੇ ਹੋਏ ਦੇਖ ਰਹੀ ਹੈ। crutch ਦਾ ਮਤਲਬ ਹੈ ਫੌੜੀ। she seems to be a hopeless cripple. ਉਹ ਤਾਂ ਮੈਨੂੰ ਵਿਚਾਰੀ ਬੇਭਾਗੀ ਲੰਗੜੀ ਦਿਖਾਈ ਦੇ ਰਹੀ ਹੈ। ਮਿਸ ਬੀਮ laughed. oh no, she is not lame. ਤਾਂ ਮਿਸ ਬੀਮ ਹੱਸਦੇ ਹੋਏ ਕਹਿੰਦੇ ਆ, ਨਹੀਂ ਉਹ ਕੋਈ ਲੰਗੜੀ ਨਹੀਂ। really this is only her lame day. ਅਸਲ 'ਚ ਇਹ ਤਾਂ ਉਸ ਦਾ ਲੰਗੜਿਆਂ ਵਾਲਾ ਦਿਨ ਹੈ। nor all those others blind. ਅਤੇ ਨਾ ਹੀ ਦੂਸਰੇ ਅੰਨੇ ਆ। it is only their blind day. ਇਹ ਤਾਂ ਸਿਰਫ ਉਹਨਾਂ ਦਾ ਅੰਨਿਆਂ ਵਾਲਾ ਦਿਨ ਹੈ। I must have looked very much astonished, for she laughed again. ਮੈਂ ਜ਼ਰੂਰ ਹੀ ਬੜਾ ਹੱਕਾ ਵੱਕਾ ਦਿਖਾਈ ਦੇ ਰਿਹਾ ਹੋਊਂਗਾ, ਫਿਰ ਹੱਸ ਪਈ। There you have an essential part of our system in a nutshell. ਇਹ ਜਿਹੜਾ ਹੁਣ ਤੁਸੀਂ ਥੋੜ੍ਹਾ ਜਿਹਾ ਦੇਖਿਆ ਹੈ ਸਾਡੇ ਸਿਸਟਮ ਦਾ ਇੱਕ ਜ਼ਰੂਰੀ ਹਿੱਸਾ ਹੈ। In order to get a real appreciation and understanding of misfortune into these young minds, ਇਹਨਾਂ ਛੋਟੇ ਦਿਮਾਗਾਂ ਦੇ ਵਿੱਚ ਬਦਕਿਸਮਤੀ ਦੀ ਅਸਲੀ ਸਮਝ ਪਾਉਣ ਦੇ ਲਈ we make them participate in misfortune too. ਅਸੀਂ ਇਹਨਾਂ ਨੂੰ ਵੀ ਬਦਕਿਸਮਤੀ ਦੇ ਵਿੱਚ ਭਾਗੀਦਾਰ ਬਣਨਾ ਸਿਖਾਉਂਦੇ ਹਾਂ। In the course of the term, every child has one blind day, one lame day, one deaf day, one maimed day, one dumb day. ਕੋਰਸ ਦੀ ਇਸ ਟਰਮ ਦੌਰਾਨ ਹਰ ਇੱਕ ਬੱਚੇ ਲਈ ਇੱਕ ਅੰਨਾ, ਇੱਕ ਲੰਗੜਾ, ਇੱਕ ਗੂੰਗਾ, ਇੱਕ ਬੋਲਾ, ਇੱਕ ਜਿਵੇਂ ਜਿਹਦੀ ਬਾਂਹ ਨਹੀਂ ਹੁੰਦੀ ਹੈਗੀ, ਮੇਮਡ, ਉਹ ਦਿਨ ਹੁੰਦੇ ਆ। ਡਿਊਰਿੰਗ ਦ ਬਲਾਈਂਡ ਡੇ ਦੇਅਰ ਆਈਜ਼ ਆਰ ਬੈਂਡੇਜਡ ਐਬਸੋਲਿਊਟਲੀ. ਅੰਨਿਆਂ ਵਾਲੇ ਦਿਨ ਇਹਨਾਂ ਦੀਆਂ ਅੱਖਾਂ ਦੇ ਉੱਤੇ ਪੂਰੀ ਤਰੀਕੇ ਨਾਲ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਐਂਡ ਇਟ ਇਜ਼ ਅ ਪੁਆਇੰਟ ਆਫ ਆਨਰ ਨੋਟ ਟੂ ਪੀਪ. ਅਤੇ ਪੀਪ ਝਾਤ ਮਾਰਨਾ ਅਤੇ ਝਾਤੀਆਂ ਨਾ ਮਾਰਨਾ ਇੱਕ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ। ਦ ਬੈਂਡੇਜ ਇਜ਼ ਪੁੱਟ ਔਨ ਓਵਰਨਾਈਟ, ਦੇ ਵੇਕ ਬਲਾਈਂਡ. ਰਾਤ ਨੂੰ ਹੀ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ, ਸਵੇਰੇ ਉੱਠਦੇ ਹੀ ਅੰਨੇ ਹੁੰਦੇ ਆ। ਦਿਸ ਮੀਨਸ ਦੈਟ ਦੇ ਨੀਡ ਅਸਿਸਟੈਂਸ ਇਨ ਐਵਰੀਥਿੰਗ. ਇਸ ਦਾ ਮਤਲਬ ਇਹ ਕਿ ਇਹਨਾਂ ਨੂੰ ਹਰ ਇੱਕ ਕੰਮ ਦੇ ਲਈ ਸਹਾਇਤਾ ਦੀ ਲੋੜ ਪੈਂਦੀ ਹੈ। ਐਂਡ ਅਦਰ ਚਿਲਡਰਨ ਆਰ ਟੋਲਡ ਆਫ ਟੂ ਹੈਲਪ ਦੈਮ ਐਂਡ ਲੈਟ ਦੈਮ ਅਬਾਊਟ. ਅਤੇ ਬਾਕੀ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਮਦਦ ਕਰਨੀ ਹੈ, ਇਹਨਾਂ ਨੂੰ ਜਿੱਥੇ ਵੀ ਕਹਿਣ ਲੈ ਕੇ ਜਾਇਆ ਜਾਵੇ। ਇਟ ਇਜ਼ ਐਜੂਕੇਟਿਵ ਟੂ ਬੋਥ ਆਫ ਦੈਮ, ਦ ਬਲਾਈਂਡ ਐਂਡ ਦ ਹੈਲਪਰਸ. ਇਹ ਦੋਨਿਆਂ ਦੇ ਲਈ ਸਿੱਖਿਆਦਾਇਕ ਹੈ, ਅੰਨੇ ਦੇ ਲਈ ਵੀ ਅਤੇ ਮਦਦਗਾਰਾਂ ਦੇ ਲਈ ਵੀ। ਸੋ ਇਸ ਪਾਰਟ ਦੇ ਵਿੱਚ ਆਪਾਂ ਇੱਥੇ ਹੀ ਇਸ ਨੂੰ ਰੋਕਦੇ ਹਾਂ। ਸੈਕਿੰਡ ਪਾਰਟ ਦੇ ਵਿੱਚ ਇੱਥੋਂ ਅੱਗੇ ਸਟਾਰਟ ਕਰਾਂਗੇ। ਉਦੋਂ ਤੱਕ ਇਸ ਨੂੰ ਧਿਆਨ ਦੇ ਨਾਲ ਸੁਣੋ ਅਤੇ ਸਮਝੋ। ਓਕੇ, ਬਾਏ, ਟੇਕ ਕੇਅਰ।